ਕਦੇ ਸੋਚਿਆ ਹੈ ਕਿ ਖਰੀਦਣ ਦਾ ਅਸਲ ਮਤਲਬ ਕੀ ਹੁੰਦਾ ਹੈ? ਆਪਾਂ ਰੋਜ਼ ਪਤਾ ਨਹੀਂ ਕਿੰਨੀਆਂ ਚੀਜ਼ਾਂ ਖਰੀਦਦੇ ਹਾਂ, ਪਰ ਕਾਨੂੰਨ ਦੀ ਨਜ਼ਰ 'ਚ ਨਾ ਵਿਕਰੀ ਯਾਨੀ ਸੇਲ ਤੇ ਵੇਚਣ ਦਾ ਇਕਰਾਰ ਯਾਨੀ ਐਗਰੀਮੈਂਟ ਟੂ ਸੈਲ, ਇਹ ਦੋ ਬਿਲਕੁਲ ਵੱਖਰੀਆਂ ਗੱਲਾਂ ਨੇ। ਹੁਣ ਸਵਾਲ ਇਹ ਆ ਕਿ ਫਰਕ ਇੰਨਾ ਜ਼ਰੂਰੀ ਕਿਉਂ ਹੈ? ਚਲੋ ਅੱਜ ਇਸੇ ਗੁੱਥੀ ਨੂੰ ਸੁਲਝਾਉਂਦੇ ਹਾਂ। ਚਲੋ ਇੱਕ ਗੱਲ ਸੋਚਦੇ ਹਾਂ। ਮੰਨ ਲਓ ਕਿਸੇ ਨੇ ਇੱਕ ਬਹੁਤ ਹੀ ਸੋਹਣੀ ਕਸਟਮ ਮੇਡ ਕਿਤਾਬਾਂ ਦੀ ਅਲਮਾਰੀ ਬਣਵਾਉਣ ਦਾ ਆਰਡਰ ਦਿੱਤਾ, ਪੈਸੇ ਵੀ ਐਡਵਾਂਸ ਦੇ ਦਿੱਤੇ, ਪਰ ਅਗਲੀ ਸਵੇਰ ਪਤਾ ਲੱਗਦਾ ਹੈ ਕਿ ਰਾਤ ਨੂੰ ਵਰਕਸ਼ਾਪ 'ਚ ਅੱਗ ਲੱਗੀ ਤੇ ਉਹ ਅਲਮਾਰੀ ਸੜ ਕੇ ਸੁਆਹ ਹੋ ਗਈ। ਹੁਣ ਸਵਾਲ ਇਹ ਆ ਕਿ ਇਹ ਨੁਕਸਾਨ ਕੌਣ ਚੱਲੇਗਾ, ਖਰੀਦਣ ਵਾਲਾ ਜਾਂ ਬਣਾਉਣ ਵਾਲਾ? ਇਸੇ ਸਵਾਲ ਦੇ ਜਵਾਬ ਵਿੱਚ ਹੀ ਸੇਲ ਤੇ ਐਗਰੀਮੈਂਟ ਟੂ ਸੈਲ ਦਾ ਸਾਰਾ ਰਾਜ਼ ਛੁਪਿਆ ਹੋਇਆ ਹੈ। ਦੇਖੋ ਜੀ, ਇਹ ਸਾਰੀ ਖੇਡ ਹੈ ਹੀ ਮਾਲਕੀ ਦੇ ਹੱਕ ਦੀ। ਮਤਲਬ ਕਿਸੇ ਚੀਜ਼ ਦਾ ਅਸਲੀ ਮਾਲਕ ਕੌਣ ਹੈ ਤੇ ਕਦੋਂ ਬਣਦਾ ਹੈ। ਇਸ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਵਿਕਰੀ ਦੇ ਇਕਰਾਰਨਾਮੇ ਯਾਨੀ ਕਿ ਕੰਟਰੈਕਟ ਆਫ ਸੇਲ ਨੂੰ ਸਮਝਣਾ ਪੈਣਾ, ਜਿਹੜਾ ਹਰ ਛੋਟੀ ਵੱਡੀ ਖਰੀਦਦਾਰੀ ਦੀ ਨੀਂਹ ਹੁੰਦਾ ਹੈ। ਤਾਂ ਕਾਨੂੰਨ ਕੀ ਕਹਿੰਦਾ ਹੈ? ਇਹ ਇੱਕ ਅਜਿਹਾ ਕੰਟਰੈਕਟ ਹੈ ਜਿਸ ਵਿੱਚ ਵੇਚਣ ਵਾਲਾ ਸਮਾਨ ਦੀ ਮਲਕੀਅਤ ਖਰੀਦਦਾਰ ਨੂੰ ਟ੍ਰਾਂਸਫਰ ਕਰਦਾ ਹੈ ਜਾਂ ਟ੍ਰਾਂਸਫਰ ਕਰਨ ਲਈ ਸਹਿਮਤ ਹੁੰਦਾ ਹੈ। ਬਸ ਇੱਥੇ ਹੀ ਧਿਆਨ ਦੇਣਾ ਹੈ, ਇਹ ਛੋਟਾ ਜਿਹਾ ਸ਼ਬਦ ਜਾਂ ਇਹੀ ਸਾਰੀ ਖੇਡ ਬਦਲ ਦਿੰਦਾ ਹੈ। ਇਹੀ ਉਹ ਚੀਜ਼ ਹੈ ਜੋ ਖਰੀਦਦਾਰੀ ਦੀ ਦੁਨੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ। ਇੱਕ ਹੈ ਹੁਣੇ ਤੇ ਦੂਜਾ ਹੈ ਬਾਅਦ ਵਿੱਚ। ਆਓ ਦੇਖੀਏ ਕਿਵੇਂ। तो पहला हिस्सा है विक्री यानी कि सेल। ਇਹ ਉਹ ਚੀਜ਼ ਹੈ ਜਿਸ ਨੂੰ ਆਪਾਂ ਆਮ ਤੌਰ ਤੇ ਖਰੀਦਦਾਰੀ ਸਮਝਦੇ ਹਾਂ। ਜਦੋਂ ਮਾਲਕੀ ਦਾ ਹੱਕ ਵੇਚਣ ਵਾਲੇ ਤੋਂ ਖਰੀਦਦਾਰ ਨੂੰ ਤੁਰੰਤ ਮਤਲਬ ਉਸੇ ਵੇਲੇ ਮਿਲ ਜਾਵੇ ਤਾਂ ਉਸ ਨੂੰ ਵਿਕਰੀ ਕਹਿੰਦੇ ਨੇ। ਜਿਵੇਂ ਦੁਕਾਨ ਤੋਂ ਬ੍ਰੈਡ ਖਰੀਦੀ, ਪੈਸੇ ਦਿੱਤੇ ਤੇ ਬ੍ਰੈਡ ਉਸੇ ਪਲ ਆਪਣੀ ਹੋ ਗਈ, ਗੱਲ ਖਤਮ। ਇਸ ਨੂੰ ਕਾਨੂੰਨੀ ਭਾਸ਼ਾ ਵਿੱਚ ਐਗਜ਼ੀਕਿਊਟਿਡ ਕੰਟਰੈਕਟ ਵੀ ਕਿਹਾ ਜਾਂਦਾ ਹੈ, ਯਾਨੀ ਇੱਕ ਅਜਿਹਾ ਕੰਮ ਜੋ ਪੂਰਾ ਹੋ ਚੁੱਕਾ ਹੈ। ਤੇ ਹੁਣ ਆਉਂਦੀ ਹੈ ਦੂਜੀ ਥੋੜੀ ਜਿਹੀ ਗੁੰਝਲਦਾਰ ਸਥਿਤੀ, ਵੇਚਣ ਦਾ ਇਕਰਾਰ ਜਾਂ ਐਗਰੀਮੈਂਟ ਟੂ ਸੈਲ। ਇਸ ਵਿੱਚ ਮਾਲਕੀ ਦਾ ਹੱਕ ਹੁਣੇ ਨਹੀਂ ਮਿਲਦਾ, ਇਹ ਭਵਿੱਖ ਦੀ ਕਿਸੇ ਤਾਰੀਖ ਤੇ ਜਾਂ ਕੋਈ ਖਾਸ ਸ਼ਰਤ ਪੂਰੀ ਹੋਣ ਤੇ ਮਿਲਦਾ ਹੈ। ਜਿਵੇਂ ਕਿਸੇ ਨਵੇਂ ਫੋਨ ਦਾ ਪ੍ਰੀ-ਆਰਡਰ ਕਰਨਾ ਜਾਂ ਫਿਰ ਆਪਣੀ ਉਦਾਹਰਣ ਵਾਲੀ ਅਲਮਾਰੀ ਬਣਵਾਉਣਾ। ਇਸ ਨੂੰ ਐਗਜ਼ੀਕਿਊਟਰੀ ਕੰਟਰੈਕਟ ਕਹਿੰਦੇ ਨੇ, ਮਤਲਬ ਇੱਕ ਵਾਅਦਾ ਜੋ ਭਵਿੱਖ ਵਿੱਚ ਪੂਰਾ ਕੀਤਾ ਜਾਣਾ ਹੈ। ਤਾਂ ਫਿਰ ਸਾਰੀ ਕਹਾਣੀ ਦਾ ਸਭ ਤੋਂ ਵੱਡਾ ਮੋੜ ਕੀ ਹੋਇਆ? ਉਹ ਹੈ ਟਾਈਮਿੰਗ। ਬਿਲਕੁਲ, ਸਿਰਫ ਤੇ ਸਿਰਫ ਸਮਾਂ। ਸੇਲ ਦਾ ਮਤਲਬ ਮਾਲਕੀ ਮਿਲੀ ਹੁਣੇ, ਅਗਰੀਮੈਂਟ ਟੂ ਸੈਲ ਦਾ ਮਤਲਬ ਮਾਲਕੀ ਮਿਲੇਗੀ ਕਿਸੇ ਦਿਨ ਬਾਅਦ ਵਿੱਚ। ਦੇਖਣ ਨੂੰ ਇਹ ਬਹੁਤ ਛੋਟਾ ਜਿਹਾ ਫਰਕ ਲੱਗਦਾ ਹੈ ਨਾ, ਪਰ ਯਕੀਨ ਮੰਨਿਓ ਇਸ ਦੇ ਨਤੀਜੇ ਓਹੋ ਜ਼ਮੀਨ ਆਸਮਾਨ ਜਿੰਨੇ ਵੱਖਰੇ ਨੇ। ਚਲੋ ਹੁਣ ਦੇਖਦੇ ਹਾਂ ਕਿ ਮਾਲਕੀ ਦੇ ਸਮੇਂ ਦਾ ਇਹ ਛੋਟਾ ਜਿਹਾ ਫਰਕ ਜੋਖਮ, ਹੱਕਾਂ ਤੇ ਜ਼ਿੰਮੇਵਾਰੀਆਂ ਤੇ ਕਿੰਨਾ ਵੱਡਾ ਅਸਰ ਪਾਉਂਦਾ ਹੈ। ਆਓ ਆਪਣੀ ਅਲਮਾਰੀ ਵਾਲੀ ਕਹਾਣੀ ਤੇ ਵਾਪਸ ਚਲੀਏ। ਜੇ ਸਮਾਨ ਡਿਲੀਵਰੀ ਤੋਂ ਪਹਿਲੇ ਹੀ ਤਬਾਹ ਹੋ ਜਾਵੇ ਤਾਂ ਕੀ ਹੋਵੇਗਾ? ਅੱਛਾ, ਹੁਣ ਇਸ ਸਲਾਈਡ ਤੇ ਨਜ਼ਰ ਮਾਰੋ, ਇਹ ਸਭ ਕੁਝ ਕਲੀਅਰ ਕਰ ਦੇਵੇਗੀ। ਦੇਖੋ, ਜੇ ਤਾਂ ਉਹ ਇੱਕ ਸੇਲ ਸੀ ਤਾਂ ਭਾਵੇਂ ਅਲਮਾਰੀ ਅਜੇ ਵਰਕਸ਼ਾਪ 'ਚ ਹੀ ਪਈ ਸੀ, ਪਰ ਉਸ ਦਾ ਮਾਲਕ ਖਰੀਦਦਾਰ ਬਣ ਚੁੱਕਿਆ ਸੀ। ਇਸ ਲਈ ਸਿੱਧੀ ਜੀ ਗੱਲ ਹੈ, ਨੁਕਸਾਨ ਵੀ ਖਰੀਦਦਾਰ ਦਾ। ਪਰ ਜੇ ਇਹ ਇੱਕ ਅਗਰੀਮੈਂਟ ਟੂ ਸੇਲ ਸੀ ਤਾਂ ਮਾਲਕੀ ਅਜੇ ਵੀ ਵੇਚਣ ਵਾਲੇ ਕੋਲ ਹੀ ਸੀ, ਤਾਂ ਫਿਰ ਨੁਕਸਾਨ ਵੀ ਉਸੇ ਦਾ। ਦੇਖਿਆ, ਇੱਕ ਛੋਟੇ ਜਿਹੇ ਫਰਕ ਨਾਲ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਗਈ। ਤੇ ਗੱਲ ਸਿਰਫ ਨੁਕਸਾਨ ਦੀ ਨਹੀਂ, ਕਾਨੂੰਨੀ ਹੱਕਾਂ ਦੀ ਵੀ ਹੈ। ਸੇਲ ਨਾਲ ਮਿਲਦਾ ਹੈ ਰਾਈਟ ਇਨ ਰੈਮ, ਯਾਨੀ ਸਿੱਧਾ ਚੀਜ਼ ਤੇ ਹੱਕ। ਇਸ ਦਾ ਮਤਲਬ ਹੈ ਕਿ ਉਸ ਖਾਸ ਚੀਜ਼ ਨੂੰ ਲੈਣ ਦਾ ਪੂਰਾ ਹੱਕ ਬਣ ਜਾਂਦਾ ਹੈ। ਪਰ ਅਗਰੀਮੈਂਟ ਟੂ ਸੈਲ ਨਾਲ ਮਿਲਦਾ ਹੈ ਰਾਈਟ ਇਨ ਪਰਸੋਨਮ, ਯਾਨੀ ਬੰਦੇ ਤੇ ਹੱਕ। ਇਸ ਵਿੱਚ ਸਿਰਫ ਵੇਚਣ ਵਾਲੇ ਤੋਂ ਹਰਜਾਨਾ ਮੰਗਿਆ ਜਾ ਸਕਦਾ ਹੈ, ਉਹ ਖਾਸ ਚੀਜ਼ ਨਹੀਂ। ਇੱਕ ਹੋਰ ਗੰਭੀਰ ਸਥਿਤੀ ਦੇਖਦੇ ਹਾਂ। ਜੇਕਰ ਪੈਸੇ ਦੇ ਦਿੱਤੇ ਪਰ ਸਮਾਨ ਮਿਲਣ ਤੋਂ ਪਹਿਲਾਂ ਹੀ ਦੁਕਾਨਦਾਰ ਦਿਵਾਲੀਆ ਹੋ ਜਾਵੇ, ਫੇਰ ਕੀ ਹੋਵੇਗਾ? ਇਹ ਇੱਕ ਬਹੁਤ ਹੀ ਜ਼ਰੂਰੀ ਫਰਕ ਹੈ, ਧਿਆਨ ਨਾਲ ਸਮਝਣਾ। ਜੇਕਰ ਇਹ ਇੱਕ ਸੇਲ ਸੀ ਤਾਂ ਚੀਜ਼ ਦਾ ਮਾਲਿਕ ਖਰੀਦਦਾਰ ਹੈ ਤੇ ਉਹ ਆਪਣਾ ਸਮਾਨ ਲੈ ਸਕਦਾ ਹੈ ਭਾਵੇਂ ਕੁਝ ਵੀ ਹੋਵੇ। ਪਰ ਜੇ ਇਹ ਸਿਰਫ ਇੱਕ ਅਗਰੀਮੈਂਟ ਟੂ ਸੈਲ ਸੀ ਤਾਂ ਖਰੀਦਦਾਰ ਸਿਰਫ ਇੱਕ ਕਰਜ਼ਦਾਰ ਬਣ ਕੇ ਰਹਿ ਜਾਂਦਾ ਹੈ ਤੇ ਉਸ ਨੂੰ ਆਪਣੇ ਪੈਸਿਆਂ ਦਾ ਬਹੁਤ ਥੋੜਾ ਹਿੱਸਾ ਹੀ ਸ਼ਾਇਦ ਵਾਪਸ ਮਿਲੇ। ਹੁਣ ਸਿੱਕਾ ਪਲਟ ਕੇ ਦੇਖਦੇ ਹਾਂ। ਜੇ ਖਰੀਦਦਾਰ ਪੈਸੇ ਦੇਣ ਤੋਂ ਪਹਿਲਾਂ ਹੀ ਦਿਵਾਲੀਆ ਹੋ ਜਾਵੇ ਤਾਂ ਵੇਚਣ ਵਾਲੇ ਦਾ ਕੀ ਬਣੇਗਾ? ਇੱਕ ਸੇਲ ਦੇ ਮਾਮਲੇ ਵਿੱਚ ਵੇਚਣ ਵਾਲਾ ਵਿਚਾਰਾ ਫਸ ਜਾਂਦਾ ਹੈ। ਉਸ ਨੂੰ ਸਮਾਨ ਸਰਕਾਰੀ ਅਧਿਕਾਰੀ ਨੂੰ ਦੇਣਾ ਹੀ ਪਵੇਗਾ ਕਿਉਂਕਿ ਮਾਲਕੀ ਤਾਂ ਪਹਿਲਾਂ ਹੀ ਖਰੀਦਦਾਰ ਕੋਲ ਜਾ ਚੁੱਕੀ ਹੈ। ਪਰ ਐਗਰੀਮੈਂਟ ਟੂ ਸੈਲ ਵਿੱਚ ਵੇਚਣ ਵਾਲਾ ਸੁਰੱਖਿਅਤ ਹੈ, ਉਹ ਸਮਾਨ ਦੇਣ ਤੋਂ ਸਾਫ਼ ਮਨਾ ਕਰ ਸਕਦਾ ਹੈ ਕਿਉਂਕਿ ਮਾਲਿਕ ਤਾਂ ਅਜੇ ਵੀ ਉਹ ਖੁਦ ਹੀ ਹੈ। ਤਾਂ ਸਵਾਲ ਇਹ ਉੱਠਦਾ ਹੈ ਕਿ ਇੱਕ ਐਗਰੀਮੈਂਟ ਟੂ ਸੈਲ ਆਖਿਰਕਾਰ ਇੱਕ ਪੱਕੀ ਸੇਲ ਕਦੋਂ ਬਣਦਾ ਹੈ? ਇਹ ਸਾਰੇ ਸਫ਼ਰ ਦਾ ਆਖਰੀ ਤੇ ਸਭ ਤੋਂ ਮਹੱਤਵਪੂਰਨ ਪੜਾਅ ਹੈ। ਇਹ ਬਿਲਕੁਲ ਇੱਕ ਫਲ ਦੇ ਪੱਕਣ ਵਰਗਾ ਹੈ। ਪਹਿਲਾਂ ਇੱਕ ਵੇਚਣ ਦਾ ਇਕਰਾਰ ਹੁੰਦਾ ਹੈ ਜੋ ਕਿ ਇੱਕ ਕੱਚੇ ਫਲ ਵਾਂਗ ਹੈ।
ਫਿਰ ਜਦੋਂ ਤੈਅ ਕੀਤਾ ਸਮਾਂ ਆ ਜਾਂਦਾ ਹੈ ਜਾਂ ਸ਼ਰਤ ਪੂਰੀ ਹੋ ਜਾਂਦੀ ਹੈ, ਜਿਵੇਂ ਅਲਮਾਰੀ ਦਾ ਬਣ ਕੇ ਤਿਆਰ ਹੋ ਜਾਣਾ, ਤਾਂ ਇਹ ਕੱਚਾ ਇਕਰਾਰ ਆਪਣੇ ਆਪ ਪੱਕ ਕੇ ਸੇਲ ਬਣ ਜਾਂਦਾ ਹੈ। ਤੇ ਹਾਂ, GST ਵਰਗੇ ਟੈਕਸ ਵੀ ਇਸੇ ਪੱਕੇ ਹੋਏ ਪਲ ਤੇ ਹੀ ਲੱਗਦੇ ਨੇ। ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ? ਬਸ ਇੱਕ ਪਲ, ਉਹ ਪਲ ਜਦੋਂ ਮਾਲਕੀ ਦਾ ਹੱਕ ਟ੍ਰਾਂਸਫਰ ਹੁੰਦਾ ਹੈ। ਉਹੀ ਪਲ ਤੈਅ ਕਰਦਾ ਹੈ ਕਿ ਰਿਸਕ ਕਿਸ ਦਾ ਹੈ ਤੇ ਹੱਕ ਕਿਸ ਦਾ ਹੈ। ਤੇ ਆਪਣੀ ਕਿਤਾਬਾਂ ਵਾਲੀ ਅਲਮਾਰੀ, ਕਿਉਂਕਿ ਉਹ ਇੱਕ ਕਸਟਮ ਆਰਡਰ ਸੀ, ਉਹ ਇੱਕ ਐਗਰੀਮੈਂਟ ਟੂ ਸੈਲ ਸੀ, ਮਾਲਕੀ ਅਜੇ ਬਦਲੀ ਨਹੀਂ ਸੀ। ਇਸ ਲਈ ਨੁਕਸਾਨ ਦੀ ਜ਼ਿੰਮੇਵਾਰੀ ਦੁਕਾਨਦਾਰ ਦੀ ਹੈ, ਖਰੀਦਦਾਰ ਦੀ ਨਹੀਂ। ਤਾਂ ਹੁਣ ਅਗਲੀ ਵਾਰ ਜਦੋਂ ਕਿਸੇ ਨਵੇਂ ਗੈਜਟ ਦਾ ਪ੍ਰੀ ਆਰਡਰ ਕਰੋ ਤਾਂ ਇੱਕ ਪਲ ਲਈ ਰੁੱਕ ਕੇ ਸੋਚਣਾ ਕਿ ਉਸ ਚੀਜ਼ ਦੀ ਮਾਲਕੀ ਮਿਲ ਗਈ ਹੈ ਜਾਂ ਹਾਲੇ ਨਹੀਂ। ਮੈਨੂੰ ਲੱਗਦਾ ਹੈ ਹੁਣ ਜਵਾਬ ਸਭ ਨੂੰ ਪਤਾ ਹੈ।